पेश है पूरा सिंह कलेर की बहुत चर्चित कहानी तिहाया रुख। सुक्की कस्सी दा रेत रूही बियावान दी तित्र फंगी वांग दूर थेहां वाली छपड़ी ते खड़ा वड्डे पिपल दा रुख तत्ती हवा च उड़दे अक्कां दियां कुकड़ियां दे पब्बू बीत गए वरियां दे वांग। शिंदा कस्सी दे किनारे खड़ा सोच रहा सी कि जे कस्सी वगदी हुंदी तां ओह रज के पानी पींदा। ਉਹ ਹੁਣ ਤਾਂ ਉਸਦੀ ਜੀਵ ਤਾਲੂਏ ਨਾਲ ਲੱਗੀ ਹੋਈ ਸੀ। ਉਹ ਤਾਂ 8-10 ਖੇਤਾਂ ਦੇ ਫਾਸਲੇ ਤੋਂ ਤਿਹਾਇਆ ਮਰਦਾ ਭੱਜ ਕੇ ਪਾਣੀ ਪੀਣ ਆਇਆ ਸੀ। ਨਰਮਾ ਗੁੜਦੇ ਗੁੜਦੇ ਉਸ ਨੂੰ ਸਿਖਰ ਦੁਪਹਿਰਾ ਹੋ ਗਿਆ ਸੀ। ਲੋਟ ਵਿਚਲਾ ਸਾਰਾ ਪਾਣੀ ਮੁੱਕ ਗਿਆ ਸੀ। ਕੁਝ ਉਸਨੇ ਆਪ ਪੀ ਲਿਆ ਸੀ ਤੇ ਬਾਕੀ ਇੱਕ ਲੰਘਿਆ ਜਾਂਦਾ ਰਾਹੀ ਪੀ ਗਿਆ ਸੀ। ਜਦ ਉਸ ਨੂੰ ਅੰਤਾਂ ਦੀ ਤੇਹ ਲੱਗੀ, ਸੰਗ ਸੁੱਕਣ ਲੱਗਾ ਤਾਂ ਉਸਨੇ ਸੋਚਿਆ कि भज के आओ सामने कस्सी तो ही पी आवां पानी। कस्सी तां भरी वगदी होवेगी। कसौली मोढे रख ਉਹ 8-10 खेतां विच दी भज के कस्सी उत्ते आ खड़ा सी। पर कस्सी तां सुक्की पई सी। ਉਹ डौर भौर खड़ा सी। सुक्की कस्सी दी रेत रोही बियावान दे टिब्बियां वांग दूर थेहां वाली छपड़ी ते खड़ा ਵੱਡੇ ਪਿੱਪਲ ਦਾ ਸੁੱਕਿਆ ਰੁੱਖ परे दूर तत्ती हवा च उड़दे अक्कां दियां कुकड़ियां दे पब्बू बीत गए वरियां दे वांग। वे शिंदिया पानी पीना? कुब्बियां दी सीतो ने कदे उसनूं कहा सी जद ਉਹ ਆਪਣੇ ਨਾਨਕੇ ਰਹਿੰਦਾ ਸੀ। ਉਦੋਂ ਉਹ ਮੁਸ਼ਫਟ ਗੱਭਰੂ ਸੀ। ਸੀਤੋ ਭਰ ਜਵਾਨ। ਉਹਨਾਂ ਵੇਲਿਆਂ 'ਚ ਉਹ ਦੁਪਹਿਰੇ ਖੇਤੋਂ ਆ ਕੇ ਪਿੰਡ ਵੜਿਆ ਹੀ ਸੀ ਕਿ ਕੁੱਬਿਆਂ ਦੀ ਸੀਤੋ ਆਪਣੇ ਵਾਰ ਵਿੱਚ ਠੰਡੇ ਪਾਣੀ ਦਾ ਗੜਵਾ ਲਈ ਖੜੀ ਸੀ। ਉਸ ਦੀਆਂ ਖਚਰੀਆਂ ਅੱਖਾਂ ਨੇ ਸ਼ਿੰਦੇ ਦੀ ਮੁਸਕਰਾਹਟ ਭਰੀ ਚੁੱਪ ਦੇਖ ਕੇ ਫਿਰ ਕਿਹਾ ਸੀ, ਵੇ ਸ਼ਿੰਦਿਆ ਪਾਣੀ ਪੀਣਾ? ਉਹ ਸਿਰਫ ਸੰਗਦਾ ਹੋਇਆ ਆਪਣੇ ਨਾਨਕੇ ਘਰ ਹੀ ਵੀਹੀ ਪੈ ਗਿਆ ਸੀ। ਕੁੱਬਿਆਂ ਦੀ ਸੀਤੋਂ ਕਿੰਨੀ ਸੁੰਦਰ ਸੀ। ਗੋਰਾ ਰੰਗ, ਕੱਦ ਲੰਬਾ, ਨੱਕ ਤਿੱਖਾ, ਅੱਖਾਂ ਮੋਟੀਆਂ, ਹੱਸਦੀ ਤਾਂ ਦੰਦ ਅਨਾਰ ਦੇ ਦਾਣਿਆਂ ਵਾਂਗ ਚਮਕਦੇ। ਉਹ ਬੜੀ ਅੱਲੜ ਸੀ। ਨਿੱਤ ਸ਼ਿੰਦੇ ਨੂੰ ਲੰਘਦੇ ਜਾਂਦੇ ਨੂੰ ਕੁਝ ਨਾ ਕੁਝ ਆਖਦੀ। ਸ਼ਿੰਦੇ ਦਾ ਬੜਾ ਜੀ ਕਰਦਾ ਸੀ ਕਿ ਸੀਤੋ ਨਾਲ ਗੱਲਾਂ ਕਰੇ, ਪਰ ਉਹ ਸੋਚਦਾ ਕਿ ਜੇ ਮੇਰੇ ਵੱਡੇ ਮਾਮੇ ਨੂੰ ਪਤਾ ਲੱਗ ਗਿਆ ਤਾਂ ਮੇਰੇ ਹੱਡ ਤੋੜ ਦੇਵੇਗਾ। ਇਸ ਲਈ ਸੀਤੋ ਜਦ ਵੀ ਇੱਲਤ ਕਰਦੀ ਉਸ ਨੂੰ ਕੁਝ ਨਾ ਕੁਝ ਆਖਦੀ। ਬਸ ਉਹ ਮੁਸਕਰਾ ਕੇ ਲੰਘ ਜਾਂਦਾ। ਫਿਰ ਉਹ ਆਪਣੇ ਨਾਨਕਿਆਂ ਤੋਂ ਪਿੰਡ ਆ ਗਿਆ ਸੀ। ਸੀਤੋ ਉਸ ਤੋਂ ਵਿਛੜ ਗਈ ਸੀ। ਬਸ ਉਸ ਦੀ ਯਾਦ ਹੀ ਰਹਿ ਗਈ ਸੀ। ਉਹ ਤਿਹਾਇਆ ਹੀ ਕੱਸੀ ਤੋਂ ਮੁੜ ਆਇਆ ਸੀ। ਆਪਣੇ ਸੀਰੀਆਂ ਦੇ ਖੇਤ ਵਿੱਚੋਂ ਲੋਟ ਤੇ ਚਾਦਰ ਚੁੱਕ ਉਹ ਪਿੰਡ ਨੂੰ ਤੁਰ ਪਿਆ। ਸ਼ਿੰਦਾ ਪਿੰਡ ਆਇਆ ਤਾਂ ਦਿਨ ਦਾ ਲੌਡਾ ਵੇਲਾ ਹੋ ਚੁੱਕਿਆ ਸੀ। ਜਦ ਉਹ ਜ਼ਿਮੀਂਦਾਰ ਸੀਰੀਆਂ ਦੇ ਘਰੋਂ ਆ ਕੇ ਆਪਣੇ ਕੱਚੇ ਘਰ ਵਿੱਚ ਵੜਿਆ ਤਾਂ ਉਸ ਦੀ ਮਾਸੀ ਦਾ ਮੁੰਡਾ ਉਸ ਦਾ ਵਿਚੋਲਾ ਆਇਆ ਬੈਠਾ ਸੀ। ਸ਼ਿੰਦੇ ਦੀ ਮਾਂ ਰਾਜੋ ਵਿਚੋਲੇ ਨੂੰ ਚਾਹ ਪਾਣੀ ਪਿਆ ਰਹੀ ਸੀ। ਉਸ ਦਾ ਬਾਪ ਜਾਗਰ ਅਜੇ ਖੇਤੋਂ ਪਸ਼ੂ ਚਰਾ ਕੇ ਨਹੀਂ ਸੀ ਮੁੜਿਆ। ਸ਼ਿੰਦਾ ਆਪਣੇ ਮਾਂ-ਬਾਪ ਦਾ ਇਕਲੌਤਾ ਲੜਕਾ ਸੀ। ਸ਼ਿੰਦੇ ਦਾ ਵਿਚੋਲਾ ਸ਼ਿੰਦੇ ਦਾ ਵਿਆਹ ਕਢਾ ਕੇ ਲਿਆਇਆ ਸੀ। 1 ਮਹੀਨਾ ਵਿਆਹ ਵਿੱਚ ਸੀ। ਸ਼ਿੰਦਾ ਸੀਤੋ ਬਾਰੇ ਸੋਚਦਾ ਉਸ ਦਾ ਅਕਸ ਆਪਣੀ ਮੰਗੇਤਰ ਵਿੱਚ ਚਿਤਵਣ ਲੱਗ ਪੈਂਦਾ। ਉਹ ਸੋਚਦਾ ਕਿ ਉਸ ਦੀ ਮੰਗੇਤਰ ਭਾਵ ਉਸ ਦੀ ਪਤਨੀ ਵੀ ਸੀਤੋ ਵਾਂਗ ਹੀ ਉਸ ਨੂੰ ਆਖਿਆ ਕਰੇਗੀ, ਵੇ ਸ਼ਿੰਦਿਆ ਪਾਣੀ ਪੀਣਾ? ਜਦ ਸ਼ਿੰਦੇ ਨੂੰ ਆਪਣੇ ਵਿਆਹ ਦਾ ਪਤਾ ਲੱਗਿਆ ਤਾਂ ਉਹ ਅੰਦਰੇ ਅੰਦਰ ਫੁੱਲਿਆ ਨਹੀਂ ਸਮਾਉਂਦਾ ਸੀ। ਉਸ ਦੇ ਮਾਂ-ਬਾਪ ਵਿਚੋਲੇ ਨਾਲ ਰਾਤ ਨੂੰ ਵਿਆਹ ਦੇ ਪ੍ਰਬੰਧਾਂ ਦੀਆਂ ਸਕੀਮਾਂ ਬਣਾਉਂਦੇ ਰਹੇ। ਅਗਲੇ ਦਿਨ ਵਿਚੋਲਾ ਵਿਆਹ ਦੇ ਕੇ ਆਪਣੇ ਪਿੰਡ ਮੁੜ ਗਿਆ। ਸ਼ਿੰਦਾ ਤੇ ਉਸ ਦੇ ਮਾਂ-ਬਾਪ ਵਿਆਹ ਦੀਆਂ ਤਿਆਰੀਆਂ 'ਚ ਰੁੱਝ ਗਏ। ਸਕੀਰੀਆਂ 'ਚ ਗੰਢਾਂ ਭੇਜੀਆਂ ਗਈਆਂ। ਸ਼ਿੰਦੇ ਨੇ ਆਪਣੇ ਜ਼ਿਮੀਂਦਾਰਾਂ ਪਾਸੋਂ ਕੁਝ 100 ਨਕਦ ਰੁਪਏ ਤੇ ਬਾਕੀ ਦਾਣਾ ਫੱਕਾ ਲਿਆਂਦਾ। ਸਿੱਧਾ ਵੀ ਉਸ ਦੇ ਸੀਰੀ ਮੰਡੀਆਂ ਆੜਤੀਆਂ ਦਿਓ ਦਵਾ ਲਿਆਈ। ਬੇਸਬਰੀ ਨਾਲ ਉਡੀਕਦੇ ਹੋਏ ਸ਼ਿੰਦੇ ਦੇ ਵਿਆਹ ਦਾ ਦਿਨ ਵੀ ਆ ਗਿਆ। ਕੜਾਹੀ ਚੜਾ ਕੇ ਹਲਵਾਈ ਤੋਂ ਲੱਡੂ ਪਕਵਾਏ ਗਏ। ਸਾਰੇ ਸਕੀਰੀ ਵਾਲਿਆਂ ਦਾ ਮੇਲ ਗੇਲ ਆ ਗਿਆ। ਉਹਨਾਂ ਦੇ ਵਿਹੜੇ ਦੀਆਂ ਕੁੜੀਆਂ ਬੁੜੀਆਂ ਗੀਤ ਗਾਉਣ ਲੱਗੀਆਂ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਸ਼ਿੰਦੇ ਦੀ ਜੰਨ ਚੜੀ। 10-12 ਗੱਭਰੂ ਤੇ ਕੁਝ ਬਜ਼ੁਰਗ ਸੀ। ਜਨ ਪਹਿਲਾਂ ਪੈਦਲ ਤੁਰ ਕੇ ਨਾਲ ਦੇ ਪਿੰਡ ਗਈ। ਉੱਥੋਂ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਚੜ੍ਹ ਕੇ ਕਿਸੇ ਹੋਰ ਪਿੰਡ ਦੇ ਸਟੇਸ਼ਨ ਜਾ ਉਤਰੇ।
ਉੱਥੋਂ ਜੰਝ ਬਕਸੇ ਤੇ ਝੋਲੇ ਚੁੱਕੀ 2 ਮੀਲ ਤੁਰ ਕੇ ਸ਼ਿੰਦੇ ਦੇ ਸਹੁਰੀ ਅੱਪੜ ਗਈ। ਸ਼ਿੰਦੇ ਦੇ ਸਹੁਰੀ ਰਵਿਦਾਸੀਆਂ ਦੀ ਧਰਮਸ਼ਾਲਾ ਵਿੱਚ ਜੰਝ ਦਾ ਉਤਾਰਾ ਹੋ ਗਿਆ। ਉੱਥੋਂ ਹੀ ਲਾਊਡ ਸਪੀਕਰ ਕਿਰਾਏ ਤੇ ਲਿਆਂਦਾ ਗਿਆ। ਧਰਮਸ਼ਾਲਾ ਦੀ ਛੱਤ ਉੱਤੇ 2 ਮੰਜੇ ਖੜੇ ਜੋੜ ਕੇ ਹਾਰਨ ਬੰਨ੍ਹ ਦਿੱਤੇ ਗਏ। ਰੌਣਕ ਲੱਗ ਗਈ। ਵਿਆਹ ਦੀ ਰੌਣਕ ਦੇਖ ਕੇ ਸ਼ਿੰਦਾ ਅੰਦਰੋਂ ਅੰਦਰੀ ਗਦਗਦ ਹੋ ਗਿਆ। ਜੰਝ ਰਾਤ ਰਹੀ। ਅਗਲੇ ਦਿਨ ਸਵੇਰੇ ਸ਼ਿੰਦੇ ਦੇ ਆਨੰਦ ਕਾਰਜ ਹੋਣ ਲੱਗੇ। ਸ਼ਿੰਦਾ ਮਹਾਰਾਜ ਅੱਗੇ ਪੂਰਾ ਖੁਸ਼ ਹੋਇਆ ਬੈਠਾ ਸੀ। ਕੁੜੀਆਂ ਉਸਦੀ ਬਹੂ ਨੂੰ 7 ਕੱਪੜਿਆਂ ਵਿੱਚ ਲਪੇਟ ਕੇ ਗੁੱਛਾ ਮੁੱਛਾ ਕਰੀ ਆਉਂਦੀਆਂ ਸਨ। ਉਹਨਾਂ ਨੇ ਉਹ ਮਹਾਰਾਜ ਅੱਗੇ ਉਸਦੇ ਬਰਾਬਰ ਕੁਝ ਵਿੱਥ ਨਾਲ ਬਹਾ ਦਿੱਤੀ। ਸ਼ਿੰਦੇ ਨੇ ਇੱਕ ਪਲ ਟੇਢੀ ਨਿਗਾਹ ਨਾਲ ਨਿਗਾਹ ਮਾਰੀ, ਪਰ ਉਸਦੇ ਤਾਂ ਹੱਥ ਵੀ ਨਹੀਂ ਸਨ ਦਿਸ ਰਹੇ। ਗ੍ਰੰਥੀ ਸਿੰਘ ਨੇ ਲਾਵਾਂ ਪੜ੍ਹੀਆਂ, ਪਾਠ ਹੋਇਆ ਤੇ ਆਨੰਦ ਕਾਰਜ ਹੋ ਗਏ। ਕੁੜੀਆਂ ਬੁੜੀਆਂ ਵੱਲੋਂ ਗੀਤ ਤੇ ਦੋਹਿਆਂ ਦਾ ਕੜਮਸ ਪਾਇਆ ਜਾ ਰਿਹਾ ਸੀ। ਵਿਆਹ ਵਿੱਚ ਸ਼ਿੰਦੇ ਨੂੰ ਇੱਕ ਗੱਲ ਬੜੀ ਹੈਰਾਨ ਕਰ ਰਹੀ ਸੀ ਕਿ ਇੱਕ ਡੌਂਚਲ ਤੇ ਹੱਡਲ ਜਿਹਾ ਮੁੰਡਾ ਕੰਮ ਕਰਦਾ ਆਪਣੀ ਜ਼ਿਆਦਾ ਹੀ ਹੈਂਕੜਬਾਜ਼ੀ ਦਿਖਾ ਰਿਹਾ ਸੀ। ਸ਼ਿੰਦੇ ਨੇ ਉਸ ਬਾਰੇ ਵਿਚੋਲੇ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਸ਼ਿੰਦੇ ਦੇ ਸਹੁਰੇ ਬਿਸ਼ਨੇ ਦੇ ਲਿਹਾਜੀ ਜ਼ਿਮੀਂਦਾਰ ਦਾ ਮੁੰਡਾ ਹੈ। ਸਹੁਰੇ ਦੇ ਲਿਹਾਜੀ ਦਾ ਮੁੰਡਾ ਭਾਵੇਂ ਲੱਖ ਸੀ, ਪਰ ਸ਼ਿੰਦੇ ਨੂੰ ਉਸਦਾ ਵਰਤਾਓ, ਉਸਦੀ ਝਾਕਣੀ ਤੇ ਉਸਦੀਆਂ ਰੰਗੜੋਂ ਭਰੀਆਂ ਗੱਲਾਂ ਬਹੁਤ ਹੀ ਬੁਰੀਆਂ ਲੱਗੀਆਂ। ਪਰ ਅੱਜ ਸ਼ਿੰਦਾ ਬੜਾ ਖੁਸ਼ ਸੀ ਕਿ ਉਸਨੂੰ ਸਾਰੀ ਜ਼ਿੰਦਗੀ ਦਾ ਸਾਥ ਦੇਣ ਵਾਲੀ ਉਸਦੀ ਹਾਨਣ ਤਾਂ ਮਿਲ ਜਾਵੇਗੀ। ਵਿਆਹ ਦੀਆਂ ਹੋਰ ਰਸਮਾਂ ਹੋਈਆਂ। ਦੁਪਹਿਰੇ ਰੋਟੀ ਖਵਾ ਕੇ ਜੰਝ ਨੂੰ ਪਿਛਲੇ ਪਹਿਰ ਸਮੇਤ ਵਿਓਲੀ ਵਿਦਾ ਕੀਤਾ ਗਿਆ। ਰੱਥ ਗੱਡੀ ਤੇ ਲਾੜੀ ਨੂੰ ਬਹਾਇਆ ਗਿਆ। ਨਾਲ ਇੱਕ ਹੋਰ ਜਨਾਨੀ ਉਸ ਨੂੰ ਸਾਂਭ ਰਹੀ ਸੀ। ਲਾੜੀ ਚੀਕਾਂ ਮਾਰ ਮਾਰ ਕੇ ਇੰਜ ਰੋ ਰਹੀ ਸੀ ਜਿਵੇਂ ਕਤਲਗਾਹ ਨੂੰ ਜਾਂਦਾ ਬੱਕਰਾ ਮਿਆਕ ਰਿਹਾ ਹੁੰਦਾ ਹੈ। ਪਰ ਸ਼ਿੰਦੇ ਨੂੰ ਫਿਰ ਵੀ ਉਸ ਦੇ ਰੋਣ ਦੀ ਆਵਾਜ਼ ਚੰਗੀ ਲੱਗ ਰਹੀ ਸੀ। ਜਿਹੜੇ ਰਾਹੀਂ ਜੰਝ ਗਈ ਸੀ, ਉਨੀ ਰਾਹੀਂ ਹੀ ਵਿਓਲੀ ਨੂੰ ਵਿਆਹ ਕੇ ਪਿੰਡ ਆ ਗਏ। ਸ਼ਿੰਦੇ ਦੀ ਮਾਂ ਰਾਜੋ ਨੇ ਬਹੂ ਦੇ ਸਿਰ ਉੱਤੋਂ ਦੀ ਪਾਣੀ ਵਾਰ ਕੇ ਪੀਤਾ। ਬਹੂ ਦੇ ਸਹੁਰੇ ਘਰ ਦੀਆਂ ਸਾਰੀਆਂ ਰਸਮਾਂ ਹੋਈਆਂ। ਕੁੜੀਆਂ ਬੁੜੀਆਂ ਨੇ ਗੀਤ ਗਾਏ। ਸ਼ਿੰਦਾ ਘਰ ਆਨੀ ਬਹਾਨੀ ਆਪਣੀ ਵਹੁਟੀ ਨੂੰ ਸ਼ਕਲ ਦੇਖਣ ਲਈ ਕਾਹਲਾ ਸੀ। ਰਾਤ ਪੈਣ ਲੱਗੀ। ਸਵਾਤ ਵਿੱਚ ਲਾਲਟੈਨ ਦੇ ਚਾਨਣ ਵਿੱਚ ਵਿਚੋਲਣ ਤੇ ਉਸਦੇ ਨਾਲ ਆਈ ਜਨਾਨੀ ਵਹੁਟੀ ਦੇ ਕੱਪੜੇ ਠੀਕ ਕਰ ਰਹੀਆਂ ਸਨ। ਕੱਚੀ ਕੰਧ ਦੀ ਬਾਰੀ ਵਿੱਚੋਂ ਸ਼ਿੰਦੇ ਦੀ ਨਜ਼ਰ ਵਹੁਟੀ ਦੇ ਚਿਹਰੇ ਤੇ ਪੈ ਗਈ। ਉਫ, ਕਿੰਨਾ ਸੁੰਦਰ ਚਿਹਰਾ, ਜਿਵੇਂ ਬੱਦਲਾਂ ਵਿੱਚੋਂ ਚੰਦ ਨਿਕਲਿਆ ਹੁੰਦਾ ਹੈ। ਸ਼ਿੰਦੇ ਦਾ ਜੀ ਬੜਾ ਕਾਹਲਾ ਹੀ ਸੀ ਕਿ ਉਹ ਕਦੋਂ ਵਹੁਟੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੇ, ਪਰ ਰਸਮੋ ਰਿਵਾਜ਼ ਹੀ ਅਜਿਹੇ ਸਨ ਕਿ ਅਗਲੇ ਦਿਨ ਬਹੂ ਦੇ ਪੇਕੇ ਉਸ ਨੂੰ ਵਾਪਸ ਲਿਜਾਣ ਲੱਗੇ ਤਾਂ ਬਹੂ ਦਾ ਚਾਚਾ ਤੇ ਮਾਮਾ ਘਰ ਦੇ ਇੱਕ ਪਾਸੇ ਬੈਠੇ ਹੌਲੀ ਹੌਲੀ ਗੱਲਾਂ ਕਰ ਰਹੇ ਸਨ। ਉਸਨੇ ਸ਼ਿੰਦੇ ਨੂੰ ਤੇ ਉਸਦੇ ਬਾਪ ਨੂੰ ਕੋਲ ਬੁਲਾਇਆ। ਗੱਲ ਪਰਦੇ ਨਾਲ ਕਰਨ ਲੱਗੇ। ਬਹੂ ਦਾ ਮਾਮਾ ਜਾਗਰ ਬੋਲਿਆ, ਲੈ ਬਈ ਸਰਦਾਰਾ, ਆਪਣੀ ਰਸਨਾ ਰਹਿ ਗਈ ਵਧੀਆ। ਹੁਣ ਗੱਲ ਇਹ ਹੈ ਬਈ ਅਸੀਂ ਤਾਂ ਗਰੀਬ ਤੇ ਮੁਕਲਾਵਾ 1 ਸਾਲ ਨੂੰ ਤੋਰਾਂਗੇ। ਆਉਂਦੇ ਸਾਲ ਨੂੰ ਤੁਸੀਂ ਵੀ ਤਿਆਰੀ ਰੱਖਿਓ। ਬਸ 1 ਸਾਲ ਤਾਂ ਐਵੇਂ ਹੀ ਲੰਘ ਜਾਂਦਾ। ਕੁੜੀ ਨੂੰ 4 ਚੁੰਨੀਆਂ ਬਣਾ ਦੇਵਾਂਗੇ ਤੇ ਤੋਰ ਦਿਆਂਗੇ। ਸ਼ਿੰਦੇ ਦਾ ਧੱਸ ਕੇ ਕਾਲਜਾ ਨਿਕਲ ਗਿਆ। ਹੈਂ, 1 ਸਾਲ ਕਦੋਂ ਆਇਆ? ਸ਼ਿੰਦੇ ਨੇ ਆਪਣੇ ਬਾਪ ਪਾਸ ਰੋਸ ਵੀ ਕੀਤਾ, ਪਰ ਉਸਦਾ ਬਾਪ ਆਖਣ ਲੱਗਿਆ ਕਿ ਪਤੰਦਰਾ, ਇੰਨੀ ਕਾਹਲੀ ਨਾਲ ਬਹੂ ਦੇ ਮਾਪੇ ਗੁੱਸੇ ਹੋ ਜਾਣਗੇ। ਨਾਲੇ ਆਪਾਂ ਕਬੀਲਦਾਰਾਂ ਸਾਕ ਸੰਬੰਧੀਆਂ ਨਾਲ ਬਣਾ ਕੇ ਰੱਖੀ ਦੀ ਹੁੰਦੀ ਹੈ। ਚੁੱਪ ਕਰ, ਸਾਲ ਵੀ ਲੰਘ ਜਾਵੇਗਾ। ਅੰਤ ਸ਼ਿੰਦੇ ਨੂੰ 1 ਸਾਲ ਵੀ ਬਹੂ ਦੀ ਉਡੀਕ ਕਰਦਿਆਂ ਕੱਟਣਾ ਪਿਆ। ਇਹ ਸਾਲ ਉਸਨੇ ਕਿਵੇਂ ਕੱਟਿਆ ਉਸਦਾ ਜੀ ਹੀ ਜਾਣਦਾ ਸੀ। ਉਹ ਆਪਣੇ ਸੀਰੀਆਂ ਦੇ ਖੇਤੀ ਦੇ ਕੰਮ ਵਿੱਚ ਪੂਰਾ ਤਕੜਾ ਸੀ। ਸਗੋਂ ਉਸਨੇ ਆਪਣੇ ਵਿਆਹ ਉੱਤੇ ਚੜ੍ਹਿਆ ਸਾਰਾ ਕਰਜ਼ ਲਾ ਦਿੱਤਾ। ਪਰ ਉਸਨੂੰ ਆਪਣੀ ਵਹੁਟੀ ਕਰਮੋਂ ਦੀ ਯਾਦ ਬਹੁਤ ਹੀ ਸਤਾਉਂਦੀ। ਉਹ ਸੁੱਤਾ ਪਿਆ ਵੀ ਕਰਮੋਂ ਦੇ ਸੁਪਨੇ ਹੀ ਲੈਂਦਾ ਰਹਿੰਦਾ। ਉਹ ਬੜਾ ਉਤਾਵਲਾ ਸੀ ਕਿ ਕਦੋਂ ਉਸਦੇ ਮੁਕਲਾਵੇ ਦਾ ਦਿਨ ਆਵੇ ਤੇ ਉਹ ਆਪਣੀ ਵਹੁਟੀ ਕਰਮੋਂ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੇ। ਕਈ ਵਾਰ ਖੇਤੀ ਕੰਮ ਕਰਦੇ ਉਸਦੇ ਸਾਥੀ ਕਾਮੇ ਤੇ ਜ਼ਿਮੀਂਦਾਰਾਂ ਦੇ ਮੁੰਡੇ ਉਸਨੂੰ ਮਖੌਲਾਂ ਕਰਦੇ।
पर वो सब नूं हस के टाल जांदा। अंत साल भी लंघ गया। उसके मुकलावे का दिन भी धर दिता गया। खेतां 'च काम करदा वो कदे भी थकदा अकदा नहीं सी। आथणे घरे आके वो अपने डौलियां ते पट्टां नूं तेल ला के मालिश करदा। अपने शरीर वाल देख के उसका खून गर्म होण लग जांदा। फिर उसनूं अपनी वोटी करमों की याद आ जाती। करमों की याद उसके दिल विच कुतकतारियां जही छेड़ जाती। वो सोचदा कि मैं करमों लई एक पक्का कमरा बनवावांगा। असीं एक सोहणे घर विच रहांगे दोवें। उस लई की नहीं कर सकदा मैं। अंबर दे तारे तोड़ के भी उसकी सोहणी गुत्त विच ला देवांगा। साडी जोड़ी किन्नी वधिया होवेगी। करमों तां मेरे साहां विच साह लवेगी। काम करन नूं मैं तकड़ा है। असीं सारी उम्र मौज करांगे, बुल्ले लुटांगे। सुखा सुखदे शिंदे नूं उडीकदे नूं मुकलावे दा दिन भी आ गया। उसदी मासी दा मुंडा विचोला उस नाल मुकलावा लैण गया। शिंदे तो जवानी दा गरूर सांभिया नहीं सी जांदा। वो सौहरी पहुंच गए। उन्हां दोवां नूं चाह पानी पियाया गया। 2 मंजां ते बूटियां वालियां चादरां विछाईयां गईयां। सौहरी बिस्तरे ते पिया शिंदा अपने आप नूं किसी राजकुमार तो घट नहीं सी समझदा। इन्ने चिर विच विहड़े दीयां कुड़ियां दी टोली आ गई। लगियां उसनूं तरह तरह दे मखौल करन। एक काली जही ते जब्बल जही कुड़ी उसनूं वार-वार वे घोगड़ा आह के संबोधन कर रही सी। शिंदे नूं गुस्सा आ गया ते उसने आख दिता, तूं कदे आपदा मूँह शीशे 'च देखिआ? मैनूं घोगड़ा करी जानी है। इन्ने विच वो पक्कड़ जही कुड़ी नहीं तीवी ये आख के सारियां कुड़ियां नूं लै गई। आजो नी ये किते बाला सोहना घोगड़ जा। ये आख के सारियां कुड़ियां नूं लै गई। शिंदे दी सस संती परे चुल्हे कोलों उठ के आई ते शिंदे नूं झिड़क के बोली, की गल साऊ, तू कुड़ी नूं रुखा बोल के सारियां भजा दित्तियां। कुड़ियां चिड़ियां तां मखौल करदियां ही हुंदियां ने। ये तां राह रवीर आई है। तेरी मां ने तैनूं सिखा के नहीं भेजिया? अधखड़ उम्र दी संती इन्नी ही गल ते पता नहीं क्यों शिंदे दे गुस्सा झाड़ रही सी। शिंदे नूं एक पल हीणता जही आई, पर वो ढीठ जिहा बन के चुप कर गया। उस सोचा, चलो मेरी वोटी तां मेरे नाल ठीक वधिया होवेगी, इस बुढ़ी दा की है। इन्ने चिर विच उसदे सहुरे दे लिहाजी जिमीदार दा मुंडा मोठू उसदी सस कोल आया। संती नाल पता नहीं कि अंदर वड़ के घुसर मुसर जही कीती। शिंदे नूं बड़ा बुरा लग्या। उस सोचा, चलो खैर आपां की लैणा, कोई होवेगा इन्हां दे काम धंधिਆਂ दा चक्कर। शिंदा ते विचोला मुकलावा लै के पिंड आ गए। विचोला तां राह विचों ही रेल गड्डी उतर गया, अपने पिंड नूं चलिया गया। शिंदा दिन शिप दे नाल वोटी नूं लै के अपने पिंड आ गया सी। उसदी मां राजो बहुत खुश सी। खेतों जदों जागर माल चार के आया तां उसदियां बुढ़ियां अखां विच भी चमक सी। विहड़े विच आंढणा गुआंढणा वोटी नूं देख देख जांदियां सन। राजो ने खीर बनाई, सूजी दा प्रशाद बनाया, वड्ड वडेरियां दी होम धूफ कीती, खुशियां मनाईयां। वो बहू दे सारे चाह पूरे करना चाहुंदा सी। जागर ते राजो जल्दी ही बहू दी गोद भरी देखना चाहुंदे सन। पीढ़ी वधनी देखना हर मनुख दी कुदरती फितरत है। शिंदे नूं जिन्हां दिनां दी उड़ीक सी वो आ गए। अज वो करमों नाल रज रज गल्लां करेगा। उसने जद करमों नूं वेख्या सचमुच ही वो चंद दा टुकड़ा सी, पर करमों तां घूरियां पा रो रही सी। शिंदे ने सोचा कि वोटियां पहला पहला सौहरियां आके इंज ही रोंदियां हुंदियां ने। कोई गल नहीं, हौली हौली जी ला लवेगी। अचानक शिंदे दी निगाह करमों दे खाली कंन वल गई। उसने एक कंन विच सोने दा कांटा नहीं सी, दूजे विच ही सी। शिंदा हैरान हो के हटकोरे लै रही करमों नूं पुछण लगा कि तेरा एक कांटा किधर गया? उसने भमत्तर के नाटक कीता। एक बार ही चुप करके घबरा के अपने कंन ते हथ फेरिया। आखण लगी कि हाय किधर गया?
फिर तां ਉਹ ਉੱਚੀ ਉੱਚੀ ਰੋਣ ਲੱਗ ਪਈ। ਅਖੇ ਪਤਾ ਨਹੀਂ ਕਿੱਥੇ ਡਿੱਗ ਪਿਆ। ਸ਼ਿੰਦਾ ਆਖਣ ਲੱਗਿਆ ਕਿ ਕੋਈ ਗੱਲ ਨਹੀਂ, ਤੂੰ ਰੋ ਨਾ, ਇੱਥੇ ਕਿਧਰੇ ਘਰੇ ਹੀ ਡਿੱਗਿਆ ਹੋਵੇਗਾ, ਭਾਲ ਲਵਾਂਗੇ। ਪਰ ਕਰਮੋ ਤਾਂ ਸਗੋਂ ਹੋਰ ਉੱਚੀ ਰੋਣ ਲੱਗ ਪਈ। ਉੱਚੀ ਰੋਂਦੀ ਨੂੰ ਸੁਣ ਅੱਧੀ ਰਾਤ ਰਾਜੋ ਉੱਠ ਕੇ ਖੰਗੂਰੇ ਜਿਹੇ ਮਾਰਦੀ ਸ਼ਿੰਦੇ ਨੂੰ ਬੋਲ ਮਾਰਨ ਲੱਗੀ, ਵੇ ਸ਼ਿੰਦਿਆ, ਵੇ ਸ਼ਿੰਦਿਆ। ਸ਼ਿੰਦੇ ਦੇ ਹਾਂ ਮਾਂ ਆਖਣ 'ਤੇ ਉਹ ਅੰਦਰ ਆ ਕੇ ਪੁੱਛਣ ਲੱਗੀ ਕਿ ਬਹੂ ਇੰਨੀ ਉੱਚੀ ਕਿਉਂ ਰੋ ਰਹੀ ਹੈ। ਜਦ ਰਾਜੂ ਨੂੰ ਪਤਾ ਲੱਗਿਆ ਕਿ ਕਰਮੋ ਦਾ ਇੱਕ ਕਾਂਟਾ ਗਵਾਚ ਗਿਆ ਹੈ ਤਾਂ ਉਹ ਵੀ ਫਿਕਰ ਕਰਨ ਲੱਗੀ। ਸ਼ਿੰਦਾ ਆਖਣ ਲੱਗਿਆ ਕਿ ਚੱਲ ਤੜਕੇ ਭਾਲ ਲਵਾਂਗੇ, ਨਾ ਥਿਆਇਆ ਤਾਂ ਹੋਰ ਬਣਾ ਲਵਾਂਗੇ। ਦਿਨ ਚੜ੍ਹਦੇ ਨਾਲ ਸ਼ਿੰਦੇ ਦੇ ਸੀਰੀ ਦਾ ਮੁੰਡਾ ਉਸ ਨੂੰ ਕੰਮ 'ਤੇ ਸੱਦਣ ਆ ਗਿਆ। ਸਾਰਾ ਦਿਨ ਸ਼ਿੰਦੇ ਨੂੰ ਸੋਨੇ ਦੇ ਕਾਂਟੇ ਦਾ ਨਹੀਂ, ਆਪਣੀ ਵਹੁਟੀ ਦਾ ਫਿਕਰ ਹੀ ਲੱਗਿਆ ਰਿਹਾ ਕਿ ਉਹ ਰੋਂਦੀ ਨਾ ਹੋਵੇ। ਸ਼ਾਮ ਨੂੰ ਜਦ ਸ਼ਿੰਦਾ ਘਰ ਆਇਆ ਤਾਂ ਉਸਨੇ ਕਰਮੋ ਦੇ ਕੰਨਾਂ ਵੱਲ ਵੇਖਿਆ, ਸ਼ੁਕਰ ਕੀਤਾ ਕਿ ਉਸ ਦਾ ਕਾਂਟਾ ਲੱਭ ਪਿਆ ਸੀ। ਰਾਜੂ ਨੇ ਦੱਸਿਆ ਕਿ ਕਾਂਟਾ ਤਾਂ ਘਰੋਂ ਹੀ ਲੱਭ ਗਿਆ। ਸ਼ਿੰਦੇ ਨੂੰ ਸ਼ੱਕ ਪਿਆ ਕਿ ਇੰਨੀ ਜਲਦੀ ਘਰੋਂ ਕਿਧਰੋਂ ਕਿਵੇਂ ਲੱਭ ਗਿਆ। ਉਸ ਨੂੰ ਲੱਗਿਆ ਕਿ ਕਰਮੋ ਨੇ ਆਪ ਹੀ ਕਾਂਟਾ ਲੁਕੋ ਕੇ ਫਿਰ ਆਪ ਹੀ ਲੱਭ ਲਿਆ ਹੋਵੇਗਾ। ਚਲੋ ਖੈਰ, ਗੱਲ ਆਈ ਗਈ ਹੋ ਗਈ। ਜਦ ਸ਼ਿੰਦਾ ਘਰ ਆਇਆ ਤਾਂ ਨਾਲ ਦੀ ਨਾਲ ਹੀ ਕਰਮੋ ਦਾ ਸਿੱਧਰਾ ਜਿਹਾ ਭਰਾ ਤੇ ਇੱਕ ਉਸ ਦੀ ਭੂਆ ਦਾ ਪੁੱਤ ਆ ਗਏ। ਉਹ ਆਖਣ ਲੱਗੇ ਕਿ ਅਸੀਂ ਤਾਂ ਸਵੇਰੇ ਆਪਦੀ ਭੈਣ ਨੂੰ ਲੈ ਕੇ ਜਾਣਾ ਹੈ। ਸ਼ਿੰਦੇ ਨੂੰ ਆਪਣੀ ਖੁਸ਼ੀ ਰਫੂ ਚੱਕਰ ਹੁੰਦੀ ਲੱਗੀ। ਅਗਲੇ ਦਿਨ ਦੋਵੇਂ ਮੁੰਡੇ ਕਰਮੋ ਨੂੰ ਪੇਕੀ ਲਿਜਾਣ ਦੀ ਤਿਆਰੀ ਰਾਜੋ ਤੋਂ ਕਰਾਉਣ ਲੱਗੇ। ਕਰਮੋ ਨੇ ਸ਼ਿੰਦੇ ਨਾਲ ਕੋਈ ਵੀ ਗੱਲ ਨਾ ਕੀਤੀ। ਜੇ ਸ਼ਿੰਦੇ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਮੋ ਇਹ ਆਖ ਕੇ ਤਿਉੜੀਆਂ ਪਾ ਲੈਂਦੀ, ਮੇਰੇ ਤਾਂ ਕਰਮ ਮਾੜੇ ਐ। ਸ਼ਿੰਦਾ ਸੋਚਦਾ ਹੀ ਰਹਿ ਗਿਆ ਕਿ ਉਸਦੇ ਕਰਮ ਕਿਵੇਂ ਮਾੜੇ ਐ। ਕਰਮੋ ਆਪਣੇ ਸਿੱਧਰੇ ਜਿਹੇ ਭਰਾ ਤੇ ਭੂਆ ਦੇ ਪੁੱਤ ਨਾਲ ਚਲੀ ਗਈ ਸੀ, ਬਗੈਰ ਸ਼ਿੰਦੇ ਵੱਲ ਝਾਕ ਕੇ ਦੱਸੇ। ਸ਼ਿੰਦੇ ਨੂੰ ਆਪਣਾ ਥੋੜਾ ਥੋੜਾ ਜਿਹਾ ਕਾਲਜਾ ਮੱਚਦਾ ਮਹਿਸੂਸ ਹੋਇਆ। ਉਹ ਫਿਰ ਇਹ ਸੋਚ ਕੇ ਦਿਲ ਨੂੰ ਧਰਵਾਸ ਦਿੰਦਾ ਰਿਹਾ ਕਿ ਚਲੋ ਹੌਲੀ ਹੌਲੀ ਸਭ ਠੀਕ ਹੋ ਜਾਵੇਗਾ। 15 ਕੁ ਦਿਨਾਂ ਬਾਅਦ ਸ਼ਿੰਦਾ ਆਪਣੀ ਮਾਂ ਰਾਜੋ ਨਾਲ ਰਾਏ ਕਰਕੇ ਕਰਮੋ ਨੂੰ ਲੈਣ ਆਪਣੇ ਸਹੁਰੇ ਚਲਿਆ ਗਿਆ। ਜਦ ਉਹ ਲੌਡੇ ਵੇਲੇ ਆਪਣੇ ਸਹੁਰਾਂ ਦੇ ਘਰ ਜਾ ਕੇ ਵੜਿਆ ਤਾਂ ਉਹਨਾਂ ਦੇ ਕੱਚੇ ਘਰ ਦਾ ਦਰਵਾਜ਼ਾ ਬੰਦ ਸੀ। ਉਸਨੇ ਤਖਤਾ ਧੱਕ ਕੇ ਖੋਲ੍ਹ ਲਿਆ। ਵਿਹੜੇ ਤੋਂ ਅਗਲੀ ਸਵਾਤ ਨੂੰ ਜਿੰਦਾ ਲੱਗਿਆ ਹੋਇਆ ਸੀ। ਕੱਚੀ ਝਲਾਨੀ ਵਿੱਚੋਂ ਬਿੱਲੀ ਨਿਕਲ ਕੇ ਪੌੜੀਆਂ ਰਾਹੀਂ ਕੋਠੇ ਤੇ ਜਾ ਚੜੀ। ਉਸਨੇ ਬੂਟੀਆਂ ਵਾਲਾ ਝੋਲਾ ਕੰਧੋਲੀ ਤੇ ਰੱਖਿਆ, ਕੰਧ ਨਾਲ ਲਾਇਆ, ਬਾਣ ਦਾ ਮੰਜਾ ਡਾਹ ਲਿਆ, ਉਸ ਤੇ ਬੈਠ ਗਿਆ। ਇੰਨੇ ਚਿਰ ਵਿੱਚ ਇੱਕ ਗੁਆਂਢਣ ਆ ਕੇ ਸ਼ਿੰਦੇ ਨੂੰ ਪਾਣੀ ਵਗੈਰਾ ਫੜਾ ਗਈ। ਥੋੜੇ ਚਿਰ ਮਗਰੋਂ ਉਹ ਚਾਹ ਦੀ ਗੜਵੀ ਵੀ ਲੈ ਆਈ। ਸ਼ਿੰਦੇ ਨੇ ਚਾਹ ਪੀ ਲਈ। ਇੰਨੇ ਚਿਰ ਵਿੱਚ ਹੀ ਖੇਤੋਂ ਸੰਤੀ, ਉਸਦੀ ਸੱਸ ਤੇ ਕਰਮੋ ਉਸਦੀ ਵਹੁਟੀ ਪੱਠਿਆਂ ਦੀਆਂ ਪੰਡਾਂ ਲੈ ਕੇ ਆ ਗਈਆਂ। ਸੰਤੀ ਨੇ ਸ਼ਿੰਦੇ ਦਾ ਸਿਰ ਪਲੋਸਿਆ। ਸ਼ਿੰਦੇ ਨੇ ਮੱਥਾ ਟੇਕਿਆ, ਪਰ ਕਰਮੋ ਨੇ ਸ਼ਿੰਦੇ ਨੂੰ ਵੇਖ ਕੇ ਤਿਉੜੀਆਂ ਪਾ ਲਈਆਂ। ਸ਼ਿੰਦਾ ਤਾਂ ਜਦ ਆਪਣੇ ਪਿੰਡੋਂ ਚੱਲਿਆ ਸੀ ਤਾਂ ਰਾਹ ਵਿੱਚ ਸੋਚਦਾ ਆਇਆ ਸੀ ਕਿ ਕਰਮੋ ਉਸਨੂੰ ਵੇਖ ਕੇ ਪਹਿਲਾਂ ਹੱਸੇਗੀ, ਫਿਰ ਉਸਨੂੰ ਸਤਿ ਸ੍ਰੀ ਅਕਾਲ ਬੁਲਾਏਗੀ, ਪਰ ਉਸਨੇ ਤਾਂ ਨੱਕ ਬੁੱਲ ਚੜ੍ਹਾ ਕੇ ਤਿਉੜੀਆਂ ਪਾ ਲਈਆਂ। ਸ਼ਿੰਦੇ ਦਾ ਭਰਮ ਟੁੱਟ ਗਿਆ ਸੀ। ਥੋੜੇ ਚਿਰ ਮਗਰੋਂ ਸੰਤੀ ਨੇ ਕਰਮੋ ਨੂੰ ਕਿਹਾ ਕਿਸ਼ੋਰ ਦੀ ਹੱਟੀ ਤੋਂ ਖੰਡ ਲੈ ਕੇ ਆਵੇ। ਉਹ ਸੰਤੀ ਤੋਂ ਪੈਸੇ ਫੜ ਕੇ ਹੱਟੀ ਵੱਲ ਚਲੀ ਗਈ। ਇੰਨੇ ਚਿਰ ਵਿੱਚ ਮੋਠੂ ਉਹਨਾਂ ਦੇ ਬਾਰ ਵਿੱਚ ਦੀ ਲੰਘਦਿਆਂ ਜਾਂਦਾ ਸੀ। ਸ਼ਿੰਦੇ ਨੂੰ ਮੰਜੇ ਤੇ ਬੈਠਾ ਦੇਖ ਕੇ ਅੰਦਰ ਆ ਗਿਆ। ਸ਼ਿੰਦੇ ਨੂੰ ਬਗੈਰ ਹੱਥ ਮਿਲਾਏ ਬੋਲਿਆ, ਸੁਣਾ ਬਈ ਕੀ ਹਾਲ ਹੈ? ਸ਼ਿੰਦਾ ਚੰਗਾ ਆਖ ਕੇ ਚੁੱਪ ਕਰ ਗਿਆ। ਮੋਠੂ ਪਰਲੇ ਮੰਜੇ ਤੇ ਬੈਠ ਕੇ ਸੰਤੀ ਨੂੰ ਆਖਣ ਲੱਗਿਆ, ਚਾਚੀ ਸਾਡੇ ਘਰੋਂ ਦੁੱਧ ਦਾ ਡੋਲੂ ਲੈ ਆਇਓ, ਜੇ ਖੀਰ ਖੂਰ ਬਣਾਉਣੀ ਹੈ ਤਾਂ। ਸੰਤੀ ਨੇ ਹੁੰਗਾਰਾ ਭਰਿਆ ਹੀ ਸੀ ਕਿ ਕਰਮੋ ਹੱਟੀ ਤੋਂ ਲਿਫਾਫੇ ਵਿੱਚ ਖੰਡ ਲੈ ਕੇ ਆ ਗਈ। ਉਸਦੀ ਨਿਗਾਹ ਮੋਠੂ ਨਾਲ ਮਿਲੀ ਤਾਂ ਉਹ ਮੁਸਕਰਾਉਂਦੀ ਹੋਈ ਚਾਹ ਕਰਨ ਲੱਗ ਪਈ। ਮੋਠੂ ਵੀ ਮੁਸਕਰਾ ਕੇ ਟੇਢਾ ਜਿਹਾ ਝਾਕਦਾ ਤੁਰ ਗਿਆ। ਸ਼ਿੰਦੇ ਦੇ ਕਾਲਜੇ ਵਿੱਚ ਜਿਵੇਂ ਸੇਲਾ ਵੱਜ ਗਿਆ ਹੋਵੇ। ਉਹ ਸੱਟ ਖਾਦੇ ਸੱਪ ਵਾਂਗ ਅੰਦਰੇ ਅੰਦਰ ਵਿਉ ਘੋਲਣ ਲੱਗਾ। ਚਾਹ ਪਾਣੀ ਪੀਤਾ ਆਥਣ ਹੋ ਗਿਆ। ਰੋਟੀ ਟੁੱਕ ਖਾਣ ਲੱਗੇ। ਸ਼ਿੰਦੇ ਦੇ ਨਾਲ ਉਸ ਦਾ ਸਾਲਾ ਵੀ ਰੋਟੀ ਖਾਣ ਬਹਿ ਗਿਆ।
शिंदे ने क्रोध विच बस माड़ी मोटी रोटी ही धक धुम के खाधी। अगला दिन चढ़ गया। शिंदे दा सहुरा बाहरले वाड़े चों अपना बकरियां दा इजड़ लैके खेत नूं जाण लगा। रात दियां 2 बिंगा रोटियां पल्ले च बन्ह के लै गया। संती शिंदे नूं आखण लगी कि वह अज दा दिन होर रहे ते कल नूं उस नाल करमों नूं तोर देवेगी। उस सोचिया चलो औखा सौखा अज दा दिन होर कट लैंदा हां। शिंदे नूं रोटी टुक खवा के आप ਉਹ मां धी दातियां ते पल्लियां चुक के खेत नूं तुर गईयां। शिंदे ने सोच सोच के अपने साले तो गुआंढियां दा साइकिल मंगवाया। जिधर खेतां वाल संती ते करमों पट्ठे खोतण गईयां सन उधर नूं डंडी डंडी पा लिया। ਇਹ ਰਾਹ ਉਸਦੇ ਸਾਲੇ ਨੇ ਉਸ ਨੂੰ ਦੱਸ ਦਿੱਤਾ ਸੀ। ਕੁਝ ਦੂਰ ਜਾ ਕੇ ਉਹ ਉਸ ਨੂੰ ਜਾਂਦੀਆਂ ਦਿਸ ਗਈਆਂ। ਸੰਤੀ ਅੱਗੇ ਅੱਗੇ ਵਗੀ ਜਾਂਦੀ ਸੀ ਤੇ ਕਰਮੋਂ ਤੇ ਜ਼ਿਮੀਂਦਾਰਾਂ ਦਾ ਉਹੀ ਮੁੰਡਾ ਮੋਠੂ ਪਿੱਛੇ ਪਿੱਛੇ ਗੂੜੀਆਂ ਗੱਲਾਂ ਕਰਦੇ ਜਾਂਦੇ ਸਨ। ਸ਼ਿੰਦੇ ਨੇ ਸਾਈਕਲ ਤੇਜ਼ ਕਰ ਲਿਆ। 2 ਵਾਹਣਾਂ ਦੀ ਵਿੱਥ ਤੇ ਰਾਹ ਵਿੱਚ ਜਦ ਕਰਮੋਂ ਮਗਰ ਝਾਕੀ ਤਾਂ ਥਾਂ ਭਮੱਤਰ ਗਈ। ਭੱਜ ਕੇ ਸੰਤੀ ਨਾਲ ਰਲ ਗਈ। ਮੋਠੂ ਮੁਸਕਰਾ ਕੇ ਖੇਤ ਦੇ ਸੱਜੇ ਪਾਸੇ ਚਲਾ ਗਿਆ। ਸ਼ਿੰਦੇ ਨੇ ਸਾਈਕਲ ਰੋਕ ਵਾਪਸ ਘਰ ਨੂੰ ਮੋੜ ਲਿਆ। ਜਦ ਸੰਤੀ ਤੇ ਕਰਮੋਂ ਦਿਨ ਛਿਪੇ ਪੱਠਿਆਂ ਦੀਆਂ ਪੰਡਾਂ ਲੈ ਕੇ ਵਾਪਸ ਘਰ ਆਈਆਂ ਤਾਂ ਦੋਵੇਂ ਤਿਉੜੀਆਂ ਭਰੇ ਮੱਥਿਆਂ ਨਾਲ ਘਬਰਾਈਆਂ ਹੋਈਆਂ ਸਨ। ਪੰਡਾਂ ਸੁੱਟ ਦਿੱਤੀਆਂ। ਪੰਡ ਸੁੱਟਣ ਸਾਰ ਹੀ ਸੰਤੀ ਸੂਈ ਕੁੱਤੀ ਵਾਂਗ ਸ਼ਿੰਦੇ ਦੇ ਗਲ ਪੈ ਗਈ। ਕਿਉਂ ਵੇ ਕਬੀਆ, ਤੂੰ ਸਾਡੇ ਪਿੱਛੇ ਕੀ ਲੈਣ ਗਿਆ ਸੀ ਵੇ? ਇਹ ਤੇਰੀ ਮਾਂ ਨੇ ਸਿਖਾਇਆ ਸੀ? ਤੂੰ ਕਿਤੇ ਬਾਹਲਾ ਚਲਾਕ ਹੈ। ਦੂਜੀਆਂ ਤਾਂ ਲੁੱਚੀਆਂ ਲੰਡੀਆਂ ਹੀ ਤੁਰੀਆਂ ਫਿਰਦੀਆਂ ਨੇ। ਬੀਆ ਸਾਡੇ ਮਗਰ ਗਿਆ ਸੀ। ਤੇਰੀ ਮਾਂ ਬਾਹਲੀ ਦੁੱਧ ਧੋਤੀ ਹੈ। ਸੰਤੀ ਮੂੰਹੋਂ ਝੱਗ ਸੁੱਟ ਰਹੀ ਸੀ। ਹੁਣ ਸ਼ਿੰਦੇ ਦਾ ਗੁੱਸਾ ਵੀ ਬੇਕਾਬੂ ਹੋ ਗਿਆ ਸੀ, ਪਰ ਉਹ ਥੋੜਾ ਹੌਲੀ ਬੋਲਿਆ, ਤੁਹਾਡਾ ਉਸ ਹੱਡਲ ਜੇ ਜੱਟ ਨਾਲ ਕੀ ਰਿਸ਼ਤਾ ਹੈ? ਇਹਦੇ ਉਹਦੇ ਨਾਲ ਹੱਸ ਗੱਲਾਂ ਕਰਨ ਦਾ ਕੀ ਮਤਲਬ? ਲੈ ਐਂ ਤਾਂ ਖੇਤਾਂ ਵਿੱਚ 100 ਲੋਕ ਫਿਰਦੇ ਐ। ਅਸੀਂ ਤਾਂ ਨਿੱਤ ਕੱਖਾਂ ਪੱਠਿਆਂ ਨੂੰ ਖੇਤਾਂ ਵਿੱਚ ਹੀ ਜਾਣਾ, ਤਾਂ ਫਿਰ ਅਸੀਂ ਮਾੜੀਆਂ ਹੋ ਗਈਆਂ। ਤੇਰੀ ਮਾਂ ਬਾਹਲੀ ਸ਼ਰੀਫ ਐ, ਤੂੰ ਬਾਹਲਾ ਚਲਾਕ ਆ ਗਿਆ। ਦੂਜੇ ਤਾਂ ਬੇਇੱਜ਼ਤੀ ਹੀ ਫਿਰਦੇ ਐ। ਅਸੀਂ ਤਾਂ ਤੇਰੇ ਵਰਗੇ ਨੂੰ ਬਾਹਰ 'ਚ ਨਹੀਂ ਖੜਨ ਦਿੰਦੇ। ਇਹ ਤਾਂ ਪੁੱਤ ਮਰ ਗਏ ਵਿਚੋਲੇ ਦੇ, ਜਿਹਨੇ ਤੁਹਾਡੇ ਨਾਲ ਸਾਨੂੰ ਫਸਾਤਾ। ਸੰਤੀ ਮੂੰਹੋਂ ਝੱਗ ਸੁੱਟਦੀ ਹੋਈ ਉਸ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਦੇਣ ਤੇ ਉੱਤਰ ਆਈ। ਕਰਮੋਂ ਚੁੱਪ ਕਰਕੇ ਤਿਉੜੀਆਂ ਪਾ ਕੇ ਪਰੇ ਮੰਜੇ ਤੇ ਬੈਠੀ ਸੀ। ਇੰਨੇ ਚਿਰ ਵਿੱਚ ਉਸ ਦਾ ਸਾਲਾ ਵੀ ਘਰੇ ਆ ਗਿਆ। ਉਹ ਵੀ ਸ਼ਿੰਦੇ ਵੱਲ ਇਉਂ ਘੂਰਨ ਲੱਗਾ ਜਿਵੇਂ ਕੋਈ ਦੁਸ਼ਮਣ ਹੋਵੇ। ਸੰਤੀ ਨੇ ਘੜੇ ਵਿੱਚੋਂ ਪਾਣੀ ਪੀਤਾ। ਮੂੰਹ ਪੂੰਝ ਕੇ ਝੱਟ ਹੀ ਸ਼ਿੰਦੇ ਨੂੰ ਫੈਸਲਾ ਸੁਣਾ ਦਿੱਤਾ, ਸਾਲਿਆਂ ਤਾਂ ਆਦਮੀ ਦਾ ਨਿਕਲ ਜਾ ਮੇਰੇ ਘਰੋਂ। ਇਹੋ ਜਿਹਾ ਤੂੰ ਮੇਰੀ ਧੀ ਨੂੰ ਵਸਾਏਂਗਾ, ਹੋਰ ਮੇਰੀ ਸਿਉਨੇ ਵਰਗੀ ਧੀ ਨੂੰ ਕਲੇਸ਼ ਕਰਕੇ ਕੁੱਟ ਸੁੱਟੇ। ਤੇਰੇ ਨਾਲ ਤਾਂ ਹੁਣੇ ਨਿਬੜੇ ਚੰਗੇ ਆ। ਜਾ ਭਾਜਾ ਇੱਥੋਂ, ਸਾਨੂੰ ਤੇਰੇ ਵਰਗਿਆਂ ਦੀ ਕੋਈ ਘਾਟਾ ਨਹੀਂ। ਵੱਡਾ ਚਲਾਕ ਆਇਆ ਨਾ। ਸ਼ਿੰਦੇ ਨੂੰ ਕਾਫੀ ਕਰੋਧ ਆ ਗਿਆ ਸੀ। ਉਸ ਮੰਜੇ ਤੋਂ ਉੱਠ ਕੇ ਕਿੱਲੀ ਨਾਲ ਟੰਗਿਆ ਆਪਣਾ ਬੂਟੀਆਂ ਵਾਲਾ ਝੋਲਾ ਲਾਹਿਆ ਤੇ 2-3 ਕਰਾਰੀਆਂ ਗਾਲਾਂ ਸੰਤੀ ਨੂੰ ਦੇ ਦਿੱਤੀਆਂ। ਗਾਲਾਂ ਸੁਣ ਕੇ ਉਸਦਾ ਸਿੱਧਰਾ ਜਿਹਾ ਸਾਲਾ ਵੀ ਅੰਦਰੋਂ ਟੁੱਟੀ ਜਿਹੀ ਬਾਂਸ ਦੀ ਸੋਟੀ ਕੱਢ ਕੇ ਲੈ ਆਇਆ। ਸੰਤੀ ਨੇ ਵੀ ਗਾਲਾਂ ਦਾ ਜਵਾਬ ਗਾਲਾਂ 'ਚ ਹੀ ਦਿੱਤਾ। ਜਾਣਿਆ ਨਹੀਂ, ਸਾਲਾ ਮੇਰੇ ਪਿਓ ਦਾ ਨਾ ਹੋਵੇ ਤਾਂ ਕਬੀਰ ਨਾ ਹੋਵੇ, ਹਰਾਮ ਦਾ। ਦੇਖਦੇ ਹੀ ਉਸਦਾ ਸਾਲਾ ਉਸ ਮਗਰ ਸੋਟੀ ਲੈ ਕੇ ਪੈ ਗਿਆ। ਸ਼ਿੰਦਾ ਕਾਲੇ ਕਦਮਾਂ ਨਾਲ ਭੱਜ ਗਿਆ। ਸ਼ਿੰਦੇ ਨੇ ਭੱਜ ਕੇ ਜਾ ਕੇ ਦੂਜੇ ਪਿੰਡੋਂ ਰਾਤ ਦੀ ਗੱਡੀ ਫੜ ਲਈ। ਦੂਜੇ ਸਟੇਸ਼ਨ ਉਤਰ ਕੇ ਤੁਰਦਾ ਵੱਡੇ ਤੜਕੇ ਪਿੰਡ ਪਹੁੰਚ ਗਿਆ। ਸ਼ਿੰਦਾ ਸੋਚਦਾ ਸੀ ਕਿ ਉਸ ਵਿੱਚ ਕੀ ਘਾਟ ਹੈ, ਹੱਡਲ ਜਿਹੇ ਮੋਠੂ ਜੱਟ ਵਿੱਚ ਕੀ ਕਰਾਮਾਤ ਹੈ, ਪਰ ਉਸ ਨੂੰ ਸਮਝ ਨਹੀਂ ਸੀ ਪੈ ਰਹੀ। ਇਕਾਂਤ ਵਿੱਚ ਸ਼ਿੰਦਾ ਸੋਚਦਾ ਕਿ ਉਸ ਹੱਡਲ ਜਿਹੇ ਤੋਂ ਨਰੂਆ ਵੀ ਹੈ ਤੇ ਸੋਹਣਾ ਵੀ ਹੈ। ਫਿਰ ਇਹ ਕੀ ਗੱਲ ਹੋਈ? ਜਦ ਸ਼ਿੰਦੇ ਨੂੰ ਕੋਈ ਸਮਝ ਨਾ ਪੈਂਦੀ ਤਾਂ ਉਹ ਰੱਬ ਨੂੰ ਯਾਦ ਕਰਨ ਲੱਗ ਪੈਂਦਾ, ਪਰ ਉਸਨੇ ਤਾਂ ਕੋਈ ਚੋਰੀ ਚਕਾਰੀ ਜਾਂ ਮਾੜਾ ਕੰਮ ਨਹੀਂ ਸੀ ਕੀਤਾ। ਫਿਰ ਵੀ ਉਸ ਨਾਲ ਇਹ ਕੀ ਬੀਤੀ? ਥੋੜੇ ਚਿਰ ਮਗਰੋਂ ਉਹ ਰੱਬ ਨੂੰ ਵੀ ਗਾਲਾਂ ਕੱਢਣ ਲੱਗ ਪੈਂਦਾ। 2 ਮਹੀਨੇ ਲੰਘ ਗਏ।
शिंदे नूं गुस्सा भुलना शुरू हो गया। करमों उसनूं फिर याद आउण लग पई। वो सोचण लग्या कि गरीब घरां विच इहो जिहे झगड़े आम हो जांदे हन। शायद पंचायत रिझा के सुलह कर लईए। शायद करमों नूं भुल के अकल आ ही जावे। की पता है ਉਹ ਹੁਣ ਮੇਰੇ ਘਰ ਵਿੱਚ ਆ ਕੇ ਜੀ ਲਾ ਲਵੇ ਤੇ ਵਸਣ ਲੱਗ ਪਵੇ। ਕੋਈ ਸਦਾ ਸਦਾ ਤਾਂ ਇੱਕੋ ਵੇਲਾ ਨਹੀਂ ਰਹਿੰਦਾ। ਸ਼ਿੰਦਾ ਆਪਣੇ ਮਾਂ-ਬਾਪ ਨਾਲ ਸਲਾਹ ਕਰਨ ਲੱਗਾ ਕਿ ਉਹ ਸਹੁਰਿਆਂ ਦੀ ਮਿਹਨਤ ਕਰ ਲਵੇਗਾ ਜੇ ਕਰਮੋਂ ਨੂੰ ਮੇਰੇ ਨਾਲ ਤੋਰ ਦੇਣ। ਇੱਕ ਦਿਨ ਉਸ ਦੀ ਮਾਸੀ ਦਾ ਮੁੰਡਾ ਵਿਚੋਲਾ ਉੱਥੇ ਮਿਲਣ ਆਇਆ। ਉਸ ਨੇ ਸ਼ਿੰਦੇ ਨੂੰ ਦੱਸਿਆ ਕਿ ਭੈਣੀ ਉਸ ਦੇ ਸਹੁਰਿਆਂ ਦੇ ਵਿਆਹ ਆਉਣਾ ਹੈ। ਭੈਣੀ ਪਿੰਡ ਸੰਤੀ ਦੇ ਪੇਕੇ ਤੇ ਕਰਮੋਂ ਦੇ ਨਾਨਕੇ ਸਨ। ਵਿਚੋਲੇ ਨੇ ਸਲਾਹ ਦਿੱਤੀ ਕਿ ਉਹ 2 ਸਿਆਣੇ ਪੰਚਾਇਤੀ ਆਦਮੀ ਲੈ ਕੇ ਉੱਥੇ ਪਹੁੰਚ ਜਾਵੇ, ਆਪਣੇ ਸੱਸ ਸਹੁਰੇ ਦੀ ਮਿਹਨਤ ਕਰ ਲਵੇ। ਕੁਝ ਘਟਦਾ ਨਹੀਂ, ਉਸਦਾ ਘਰ ਵਸ ਜਾਵੇਗਾ। ਨਹੀਂ ਤਾਂ ਅੱਜ ਕੱਲ੍ਹ ਸਾਕ ਕਿੱਥੇ ਹੁੰਦੇ ਆ। ਇਹ ਵੀ ਪਤਾ ਨਹੀਂ ਕਿ ਕਰਮੋਂ ਨੂੰ ਕਿਧਰੇ ਹੋਰ ਹੀ ਨਾ ਤੋਰ ਦੇਣ। ਮਿਹਨਤਾਂ ਕਰਨ ਨਾਲ ਉਸਦਾ ਕੁਛ ਨਹੀਂ ਘਟਦਾ। ਜਦ ਵਿਚੋਲੇ ਨੇ ਇਹ ਕਿਹਾ ਕਿ ਉਹ ਕਰਮੋਂ ਨੂੰ ਕਿਧਰੇ ਹੋਰ ਨਾ ਤੋਰ ਦੇਣ ਤਾਂ ਸ਼ਿੰਦੇ ਦਾ ਕਾਲਜਾ ਜਿਹਾ ਨਿਕਲ ਗਿਆ। ਸ਼ਿੰਦੇ ਨੇ ਇਵੇਂ ਹੀ ਕੀਤਾ। ਵਿਹੜੇ ਦੀ ਬਰਾਦਰੀ ਵਿੱਚੋਂ 2 ਸਿਆਣੇ ਬਜ਼ੁਰਗ ਲੈ ਕੇ ਭੈਣੀ ਪਿੰਡ ਪਹੁੰਚ ਗਿਆ। ਉੱਥੇ ਕਰਮੋਂ ਦੇ ਮਾਮੇ ਦੇ ਮੁੰਡੇ ਦਾ ਵਿਆਹ ਸੀ। ਉਹ ਸਾਰਾ ਟੱਬਰ ਬਿਸ਼ਨਾ, ਕਰਮੋਂ ਤੇ ਉਸਦਾ ਸਾਲਾ ਸਾਰੇ ਵਿਆਹ ਆਏ ਹੋਏ ਸਨ। ਸ਼ਿੰਦੇ ਦੇ ਨਾਲ ਉਸਦੇ ਬਾਪ ਜਾਗਰ ਤੇ 2 ਸਿਆਣੇ ਬਜ਼ੁਰਗਾਂ ਨੇ ਜਾ ਫਤਿਹ ਬੁਲਾਈ। ਵਿਆਹ ਦੀ ਗਹਿਮਾ ਗਹਿਮੀ ਹੋ ਰਹੀ ਸੀ। ਉਹ ਚਾਰੇ ਨਿੰਮ ਥੱਲੇ ਮੰਜਿਆਂ ਉੱਤੇ ਬੈਠ ਗਏ। ਸ਼ਿੰਦੇ ਨੂੰ ਵੇਖ ਕੇ ਸੰਤੀ ਤੇ ਕਰਮੋਂ ਨੇ ਤਿਉੜੀਆਂ ਪਾ ਲਈਆਂ। ਕੁਝ ਮੁੰਡਿਆਂ ਨੇ ਉਹਨਾਂ ਨੂੰ ਚਾਹ ਪਾਣੀ ਦਿੱਤਾ, ਰੋਟੀ ਖਵਾਈ। ਫਿਰ ਕਰਮੋਂ ਦਾ ਪਿਓ ਬਿਸ਼ਨਾ ਤੇ 2 ਹੋਰ ਸਿਆਣੇ ਆਦਮੀ ਨਿੰਮ ਥੱਲੇ ਉਹਨਾਂ ਪਾਸ ਆ ਬੈਠੇ। ਸ਼ਿੰਦੇ ਦੇ ਬਾਪ ਜਾਗਰ ਨੇ ਸ਼ਿੰਦੇ ਵੱਲੋਂ ਉਹਨਾਂ ਤੋਂ ਮੁਆਫੀ ਮੰਗੀ। ਦੋਵੇਂ ਬਜ਼ੁਰਗਾਂ ਨੇ ਵਿਆਹ ਹੋਏ ਤੋਂ ਕਰਮੋਂ ਨੂੰ ਸ਼ਿੰਦੇ ਨਾਲ ਤੋਰਨ ਦੀ ਅਪੀਲ ਕੀਤੀ। ਘਰ ਦੇ ਬਜ਼ੁਰਗ ਤਾਂ ਠੰਡਾ ਛਿੜਕਣ ਲੱਗ ਪਏ। ਕੋਈ ਨਾ ਵਿਆਹ ਹੋਏ ਤੋਂ ਤੁਰਾ ਦਿਆਂਗੇ ਕੁੜੀ ਨੂੰ। ਪਰ ਸ਼ਿੰਦੇ ਦਾ ਸਹੁਰਾ ਬਿਸ਼ਨਾ ਆਪਣੀ ਘਰਵਾਲੀ ਸੰਤੀ ਵੱਲ ਝਾਕਿਆ। ਸੰਤੀ ਦੀਆਂ ਅੱਖਾਂ ਵਿੱਚ ਅੱਗ ਬਲਦੀ ਦੇਖ ਕੇ ਬਿਸ਼ਨਾ ਸ਼ਿੰਦੇ ਨੂੰ ਸੰਬੋਧਨ ਹੋਇਆ, ਕਿਉਂ ਆ ਗਈ ਆ ਅਕਲ ਹੁਣ? ਤੇਰੀ ਮਾਂ ਨੂੰ ਤੇਰੀ ਨੂੰ ਤੂੰ ਸਾਨੂੰ ਲੁੱਚੇ ਲੰਡੇ ਸਮਝਦਾ? ਅਸੀਂ ਕੱਚੇ ਨੂੰ ਨਾ ਖਾ ਜਾਈਏ ਜਿਹੜਾ ਸਾਡੇ ਘਰ ਕਨੀ ਝਾਕੇ। ਤੂੰ ਗੱਲਾਂ ਕਿਹੜੀਆਂ ਕਰਦਾ? ਕੱਲ ਦਾ ਸ਼ੋਕਰਾ। ਬਿਸ਼ਨਾ ਮੂੰਹ ਵਿੱਚੋਂ ਝੱਗ ਸੁੱਟ ਰਿਹਾ ਸੀ। ਸ਼ਿੰਦਾ ਨੀਵੀਂ ਪਾਈ ਚੁੱਪ ਕਰਿਆ ਬੈਠਾ ਸੀ। ਸ਼ਿੰਦੇ ਦਾ ਜੀ ਕਰੇ ਕਿ ਉਹ ਕੜਕ ਕੇ ਆਖੇ ਕਿ ਉਹ ਮੋਠੂ ਨੂੰ ਕੱਚਾ ਖਾ ਕੇ ਦਿਖਾਵੇ ਨਾ। ਕਿਉਂ ਨਹੀਂ ਖਾਂਦਾ? ਉਹ ਘਰ ਕੰਨੀ ਝਾਕ ਛੱਡ। ਪਰ ਕਰਮੋਂ ਖੁੱਸਣ ਦੇ ਡਰੋਂ ਉਹ ਚੁੱਪ ਹੀ ਰਿਹਾ। ਉਸ ਨੂੰ ਕੁਝ ਯਕੀਨ ਬੱਝ ਗਿਆ ਸੀ ਕਿ ਚਲੋ ਗਾਲਾਂ ਦੁੱਪੜਾਂ ਕੱਢ ਕੇ ਪੰਚਾਇਤ ਕਰਮੋਂ ਨੂੰ ਉਸ ਨਾਲ ਤੋਰ ਦੇਵੇਗੀ। ਬਜ਼ੁਰਗਾਂ ਨੇ ਫੈਸਲਾ ਕੀਤਾ ਕਿ ਕੋਈ ਨਾ, ਮੁੰਡੇ ਨੂੰ ਇੱਥੇ ਛੱਡ ਜਾਵੋ। ਵਿਆਹ ਹੋਏ ਮਗਰੋਂ ਕੁੜੀ ਨੂੰ ਮੁੰਡੇ ਨਾਲ ਤੋਰ ਦੇਵਾਂਗੇ। ਸ਼ਿੰਦੇ ਨੂੰ ਪੂਰਾ ਯਕੀਨ ਬੱਝ ਗਿਆ। ਜਾਗਰ ਤੇ ਦੋਵੇਂ ਸਿਆਣੇ ਆਦਮੀ ਵਾਪਸ ਪਿੰਡ ਮੁੜ ਗਏ। ਸ਼ਿੰਦਾ ਰਹਿ ਪਿਆ। ਸਾਰੇ ਘਰ ਵਾਲੇ ਮੁੰਡੇ ਤੇ ਬਜ਼ੁਰਗ ਜੰਝ ਤੁਰ ਗਏ। 1-2 ਮੁੰਡੇ ਘਰ ਸਾਂਭਣ ਨੂੰ ਰਹਿ ਪਏ। ਗਰਮੀ ਦੀ ਰੁੱਤ ਸੀ। ਸਿਖਰ ਦੁਪਹਿਰਾ ਹੋ ਗਿਆ। ਮੇਲਣਾ ਸਵਾਂਗ ਧਾਰ ਕੇ ਪਿੰਡ ਵਿੱਚ ਜਾਣ ਦੀ ਤਿਆਰੀ ਕਰ ਰਹੀਆਂ ਸਨ। ਕਈ ਜਣਿਆਂ ਨੇ ਸਾਧਾਂ ਦਾ ਭੇਸ ਧਾਰ ਲਿਆ। ਸ਼ਿੰਦਾ ਬਾਣ ਦੇ ਮੰਜੇ ਤੇ ਨਿੰਮ ਥੱਲੇ ਬੈਠਾ ਮੇਲਣਾ ਆਵਣ ਵੇਖ ਖੁਸ਼ ਸੀ। ਇੰਨੇ ਚਿਰ ਵਿੱਚ ਉਸਨੇ ਦੇਖਿਆ ਕਿ ਕਰਮੋਂ ਪੁਰਾਣੀ ਜਿਹੀ ਕਿਸੇ ਚੌਕੀਦਾਰ ਦੀ ਖਾਕੀ ਵਰਦੀ ਪਾਈ ਫਿਰਦੀ ਹੈ। ਉਹ ਪਰੇ ਅੰਦਰ ਜਾ ਕੇ ਖਾਕੀ ਪੱਗ ਪੋਚ ਕੇ ਬੰਨ ਰਹੀ ਸੀ। ਖੁੱਲੀ ਜਿਹੀ ਪੈਂਟ ਵਿੱਚ ਕਮੀਜ਼ ਦਿੱਤਾ ਹੋਇਆ ਸੀ। ਉੱਤੋਂ ਟੁੱਟੀ ਜਿਹੀ ਬੱਦਰੀ ਬੰਨੀ ਹੋਈ ਸੀ। ਕਈ ਵਾਰ ਉਸਨੇ ਚੋਰ ਅੱਖ ਨਾਲ ਸ਼ਿੰਦੇ ਬੈਠੇ ਵੱਲ ਵੇਖਿਆ। ਮੇਲਣਾ ਪੂਰੀਆਂ ਤਿਆਰ ਹੋ ਕੇ ਗੀਤ ਗਾਉਂਦੀਆਂ ਪਿੰਡ ਵਿੱਚ ਜਾਣ ਲੱਗੀਆਂ। ਸਾਧ ਜਟੂਰੀਆਂ ਵਾਲੇ ਸਾਧੂ ਨੀ ਤੇਰੇ ਬਾਹਰ ਖੜੇ। ਸ਼ਿੰਦਾ ਮੇਲਣਾ ਵੱਲ ਦੇਖ ਕੇ ਮੁਸਕਰਾ ਰਿਹਾ ਸੀ। ਇੰਨੇ ਚਿਰ ਵਿੱਚ ਹੀ ਕਰਮੋਂ ਵਰਦੀ ਪਾਈ ਉਸਦੇ ਸਾਹਮਣੇ ਆ ਖੜੀ। ਸ਼ਿੰਦਾ ਹੈਰਾਨ ਹੋਇਆ। ਕਰਮੋਂ ਨੇ ਲੈਂਦੀ ਨੇ ਸ਼ਿੰਦੇ ਦੇ ਬੈਠੇ ਦੇ ਮੂੰਹ ਉੱਤੇ ਦੋਵੇਂ ਪਾਸੇ ਫਾੜ ਚਪੇੜਾਂ ਜੜ ਦਿੱਤੀਆਂ। ਨਾਲ ਹੀ ਬੋਲੀ, ਕਿਉਂ ਏ ਮੁਜਰਮਾ, ਤੂੰ ਇੱਥੇ ਕੀ ਲੈਣ ਆਇਆ? ਮੇਲਣਾ ਤੇ ਮੁੰਡੀਰ ਵਿੱਚ ਹਾਸੜ ਮੱਚ ਗਿਆ।
एक मेलन हसदी हुई आखी जावे, ओ जान दे थाणेदारा जान दे, नाल ही हस हस के दूरी होई जावे। शिंदे दियां अखां लाल हो गईयां। 2 थप्पड़ मार के करमों जल्दी नाल परे भज गई सी। शिंदा जल्दी नाल उठिया, कचीची वट्टी ते मंजे दे आसे पासे झाक के अद्धी इट दा रोड़ा चुक लिया। ठहर जा तेरी मां नूं, गाल दे नाल ही शिंदे मूंहों थुक डिग पिया। भज के मुंडिया ने शिंदे दे हथों रोड़ा खो लिया। शिंदा फिर कड़क के गालां कढ़दा करमों दे मगर भज्जण लगदा सी कि मेलणा शिंदे दे अगे हो गईयां। करमों पता नहीं कित्थे गुआंढियां दे भज गई सी। मेलणा दे पिछे खड़ी शिंदे दी सस संती मुस्करा रही सी। भंबूका बने शिंदे दे मूंहों वार-वार गालां दिंदे थुक डिग रहा सी। मेलणा ते मुंडिया ने शिंदे नूं ठंडा करन दी कोशिश कीती, पर ਉਹ ਉਹਨਾਂ ਤੋਂ ਆਪਣੀ ਬਾਂਹ ਛੁਡਾ ਕੇ ਬਾਹਰ ਆ ਗਿਆ ਸੀ। ਉਹ ਹੌਂਕਦਾ ਹੋਇਆ ਆਪਣੇ ਪਿੰਡ ਦੇ ਰਾਹ ਪੈ ਗਿਆ। ਦੁਪਹਿਰ ਢਲ ਰਹੀ ਸੀ। ਸ਼ਿੰਦਾ ਅੱਖਾਂ ਪੂੰਝਦਾ ਆਪਣੇ ਪਿੰਡ ਦੇ ਰਾਹੇ ਰਾਹ ਤੁਰਿਆ ਜਾਂਦਾ ਸੀ। ਤੇ ਲੱਗੀ ਹੋਈ ਸੀ। ਉਹ ਰੇਤਲੇ ਰਾਹ ਢਿੱਲੇ ਸਰੀਰ ਨਾਲ ਤੁਰਿਆ ਜਾਂਦਾ ਸੀ। ਉਸ ਨੂੰ ਸਾਹਮਣੇ ਅੱਖਾਂ ਦੀਆਂ ਕੁਕੜੀਆਂ ਦੇ ਉੜਦੇ ਭੱਬੂ ਨਜ਼ਰ ਆਏ। ਬੀਤ ਗਏ ਵਰਿਆਂ ਦੇ ਵਾਂਗ। ਵੇ ਸ਼ਿੰਦਿਆ, ਪਾਣੀ ਪੀਣਾ? ਉਸ ਨੂੰ ਕੁੱਬਿਆਂ ਦੀ ਸੀ ਤੋਂ ਯਾਦ ਆ ਗਈ ਤੇ ਉਸ ਦੀ ਭੁੱਬ ਨਿਕਲ ਗਈ। ਉਸਨੇ ਸਾਫੇ ਦਾ ਲੜ ਮੂੰਹ ਅੱਗੇ ਕਰ ਲਿਆ। ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਡਿੱਗ ਰਹੇ ਸਨ। ਹੁਣ ਤੁਸੀਂ ਸੁਣ ਰਹੇ ਸੀ ਪੂਰਾ ਸਿੰਘ ਕਲੇਰ ਦੀ ਬਹੁਚਰਚਿਤ ਕਹਾਣੀ ਤਿਹਾਇਆ ਰੁੱਖ। ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਹੁਣ ਆਪਣੀ ਖਾਦਮ ਅੰਮ੍ਰਿਤਪਾਲ ਕਲੇਰ ਨੂੰ ਦਿਓ ਇਜਾਜ਼ਤ। ਖੁਸ਼ ਰਹੋ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।